ਇੱਕ ਤੇ ਸੋਕੜਾ ਹੋ ਜਾਂਦਾ, ਦੂਸਰਾ ਹੱਡੀ ਕੱਢ ਜਾਂਦਾ। ਇਹ ਕਿਉਂ ਹੁੰਦਾ? ਇਹਦੀ ਅਸੀਂ ਦੋ ਤਿੰਨ ਚੀਜ਼ਾਂ ਦੱਸਾਂਗੇ। ਹੋ ਸਕਦਾ ਸਾਡੀ ਗੱਲ ਨਾਲ ਕਿਸੇ ਦੀ ਬਿਹਤਰੀ ਆ ਜੇ, ਕਿਸੇ ਦੇ ਪਰਿੰਦੇ ਦੀ ਬਿਹਤਰੀ ਆ ਜੇ। ਇਹ ਸੋਕੜਾ ਇਹਨੂੰ ਹੀ ਆਂਦੇ ਨੇ ਜਦੋਂ ਕਿ ਜਿਗਰ ਖੂਨ ਬਣਾਉਣਾ ਛੱਡ ਦੇ। ਅਗਰ ਇੱਕ ਪਰਿੰਦਾ ਵੀ ਅਸੀਂ ਆਪਣੇ ਨੁਕਸਿਆਂ ਨਾਲ, ਆਪਣੇ ਕਹਿਣ ਨਾਲ ਬਚਾ ਗਏ, ਅੱਲਾ ਦੀ ਜ਼ਾਤ ਵੀ ਰਾਜ਼ੀ ਤੇ ਬੰਦੇ ਵੀ ਰਾਜ਼ੀ। अस्सलाम वालेकुम, कैसे हो दोस्तों जिस तरह के पिछली वीडियो च किया सी कि ਜਿਹੜੀ ਵੀਡੀਓ ਚੈੱਕ ਕਰਕੇ ਤੁਸੀਂ ਦੋਸਤ ਦੱਸੋਗੇ ਉਹਦੇ ਮੁਤਾਬਕ ਤੋਂ ਅਸੀਂ ਵੀਡੀਓ ਬਣਾ ਦੇਣੀ। ਇਸ ਤਰ੍ਹਾਂ ਬਹੁਤ ਜ਼ਿਆਦਾ ਦੋਸਤਾਂ ਨੇ ਇਹੀ ਮੈਸੇਜ, ਇਹੀ ਕਮੈਂਟ ਜਿਹੜੇ ਕੀਤੇ ਨੇ ਕਿ ਮਸਲਨ ਮੁਰਗਾ ਇੱਕ ਤੇ ਸੋਕੜਾ ਹੋ ਜਾਂਦਾ, ਦੂਸਰਾ ਹੱਡੀ ਕੱਢ ਜਾਂਦਾ। ਇਹ ਕਿਉਂ ਹੁੰਦਾ? ਇਹਦੀ ਅਸੀਂ ਦੋ ਤਿੰਨ ਚੀਜ਼ਾਂ ਦੱਸਾਂਗੇ। ਇੱਕ ਪਹਿਲੇ ਨੰਬਰ ਤੇ ਕਿ ਇਸ ਪਾਸੇ ਨੂੰ ਮੁਰਗਾ ਜਾਂਦਾ ਕਿਦੋਂ ਹੈ ਤੇ ਜਾਂਦਾ ਕਿਉਂ ਹੈ। ਵੀਡੀਓ ਗੌਰ ਨਾਲ ਗੱਲ ਵੇਖੀ ਜਾਣੀ ਹੈ। ਵੀਡੀਓ ਦਾ ਮਕਸਦ ਇਹ ਵੇ ਕਿ ਗੱਲ ਗੌਰ ਨਾਲ ਸੁਣੀ ਜਾਣੀ ਹੈ। ਹੋ ਸਕਦਾ ਸਾਡੀ ਗੱਲ ਨਾਲ ਕਿਸੇ ਦੀ ਬਿਹਤਰੀ ਆ ਜੇ, ਕਿਸੇ ਦੇ ਪਰਿੰਦੇ ਦੀ ਬਿਹਤਰੀ ਆ ਜੇ, ਉਹਦੀ ਸਾਨੂੰ ਖੁਸ਼ੀ ਹੁੰਦੀ। ਵੀਡੀਓ ਜ਼ਰਾ ਗੌਰ ਨਾਲ ਵੇਖ ਲਿਆ ਕਰੋ ਦੋਸਤੋ। ਵੀਡੀਓ ਦਾ ਮਕਸਦ ਇਹ ਹੁੰਦਾ ਕਿ ਇਨਫੋਰਮੇਸ਼ਨ ਦੂਸਰੇ ਦੋਸਤਾਂ ਤੱਕ ਪਹੁੰਚਾਉਣਾ ਤਾਂ ਕਿ ਉਹਨਾਂ ਦੇ ਪਰਿੰਦੇ ਮਹਿਫੂਜ਼ ਰਹਿਣ। ਇਹ ਜਿਹੜੀਆਂ ਮੁਖਤਸਰ ਬਿਮਾਰੀਆਂ ਮੌਸਮ ਦੇ ਹਿਸਾਬ ਨਾਲ ਚੱਲਦੀਆਂ ਨੇ, ਉਹਨਾਂ ਦੀ ਵਜ੍ਹਾ ਤੋਂ। ਸਭ ਤੋਂ ਪਹਿਲਾਂ ਅਸੀਂ ਆਖਾਂਗੇ ਸੋਕੜਾ ਹੁੰਦਾ ਕਿਵੇਂ ਨੇ, ਇਸ ਪਾਸੇ ਨੂੰ ਕਿਵੇਂ ਜਾਂਦਾ। ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਤੁਹਾਨੂੰ ਪਤਾ ਮੌਸਮ ਜ਼ਿਆਦਾ ਖਰਾਬ ਹੈ, ਠੰਡ ਦਾ ਮੌਸਮ ਹੈ, ਚੂਜ਼ਾ ਫਿਰਦਾ ਤੁਰਦਾ ਘੱਟ ਹੈ। ਜਿਸ ਤਰ੍ਹਾਂ ਕਿ ਆਮ ਇਨਸਾਨ ਖੁਰਾਕ ਜ਼ਿਆਦਾ ਖਾ ਲੇ, ਉਹ ਚੱਲੇ ਫਿਰੇ ਘੱਟ ਤੇ ਹਾਜ਼ਮਾ ਖਰਾਬ ਹੋ ਜਾਂਦਾ, ਖੁਰਾਕ ਹਜ਼ਮ ਨਹੀਂ ਕਰ ਪਾਉਂਦਾ। ਇਸ ਤਰ੍ਹਾਂ ਹੀ ਅੱਜ ਕੱਲ ਚੂਜ਼ੇ ਜ਼ਿਆਦਾ ਬਾਹਰ ਨਹੀਂ ਫਿਰ ਰਹੇ। ਜਿਹੜੇ ਬਾਹਰ ਕੱਢੀ ਦੇ ਵੀ ਨੇ ਉਹ ਵੀ ਤਕਰੀਬਨ ਇਕੱਠੇ ਹੋ ਕੇ ਬਹਿ ਜਾਂਦੇ ਨੇ। ਖੁਰਾਕ ਜ਼ਿਆਦਾ ਖਾਧੀ ਹੁੰਦੀ ਹੈ, ਉਹ ਬੈਠੇ ਰਹਿੰਦੇ ਨੇ। ਜ਼ਿਆਦਾ ਬਹਿਣ ਨਾਲ ਫਿਰ ਉਹਨਾਂ ਦੀ ਖੁਰਾਕ ਹਜ਼ਮ ਨਹੀਂ ਹੁੰਦੀ। ਇਸ ਤਰ੍ਹਾਂ ਕੁਝ ਦੋਸਤਾਂ ਦੇ ਪਰਿੰਦੇ ਬਿਲਕੁਲ ਢੱਕੇ ਰਹਿੰਦੇ ਨੇ। ਉਹਨਾਂ ਦੀ ਵੀ ਖੁਰਾਕ ਮੈਨੇਜ ਕਰਨੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਵੀ ਜ਼ਿਆਦਾ ਖੁਰਾਕ ਨਹੀਂ ਦੇਣੀ। ਕਿਉਂਕਿ ਜ਼ਿਆਦਾ ਖੁਰਾਕ ਦਿਓਗੇ ਉਹ ਹਜ਼ਮ ਨਹੀਂ ਕਰ ਪਾਣਗੇ, ਉਹਦੀ ਵਜ੍ਹਾ ਨਾਲ ਫਿਰ ਪੋਟਾ ਰੁਕੇਗਾ। ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਪਰਿੰਦੇ ਦਾ ਪੋਟਾ ਰੁਕਦਾ, ਉਸ ਤੋਂ ਬਾਅਦ ਪਰਿੰਦਾ ਸਮਝ ਲਓ ਕਿ ਬਿਮਾਰੀ ਦੀ ਇੱਕ ਸ਼ਕਲ ਇਖਤਿਆਰ ਕਰ ਜਾਂਦਾ। ਉਹਨੂੰ ਅਸੀਂ ਆਖ ਦਿੰਦੇ ਹਾਂ ਫਿਰ ਦਿਨ ਬ ਦਿਨ ਸੋਕੜਾ। ਇੱਕ ਚੀਜ਼ ਜ਼ਿਹਨ 'ਚ ਰੱਖਿਓ ਦੋਸਤੋ, ਅਗਰ 1 ਮਹੀਨਾ ਖੁਰਾਕ ਦੇਣ ਨਾਲ ਜਿੱਥੇ ਤੁਹਾਡਾ ਪਰਿੰਦਾ ਪਹੁੰਚ ਗਿਆ ਨਾ, 2 ਦਿਨ ਬਿਮਾਰ ਹੋਣ ਨਾਲ ਉਦੋਂ ਡਬਲ ਵਾਪਸ ਹੋ ਜਾਏਗਾ। ਇੰਨੀ ਜਲਦੀ weight ਲੂਜ਼ ਕਰੇਗਾ, ਇੰਨੀ ਜਲਦੀ ਵਜ਼ਨ ਘਟਾ ਜਾਏਗਾ ਔਰ ਇੰਨਾ ਬਿਲਕੁਲ ਮਾੜਾ ਹੋ ਜਾਏਗਾ। ਹੱਡੀ ਬਾਹਰ ਆ ਜਾਏਗੀ 2 ਦਿਨ ਦੇ ਵਿੱਚ ਹੀ ਪਰਿੰਦੇ। ਇਸ ਵਾਸਤੇ ਅਸੀਂ ਤੁਹਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਪਹਿਲੇ ਨੰਬਰ ਤੇ ਦੱਸਨੇ ਆ ਨਾ ਬਈ, ਇਹ ਚੀਜ਼ ਪੈਦਾ ਨਾ ਹੋਏ ਤੇ ਜੇ ਅਗਰ ਹੋ ਗਈ ਹੈ ਤਾਂ ਉਹ ਵੀ ਦੱਸ ਦਿੰਨੇ ਆ। ਪਹਿਲੇ ਨੰਬਰ ਤੇ ਤੁਸੀਂ ਆਪਣੀ ਖੁਰਾਕ ਸੈੱਟ ਕਰੋ, ਪਾਣੀ ਸੈੱਟ ਕਰੋ, ਖੁਰਾਕ ਸੈੱਟ ਕਰੋ। ਜਿਸ ਤਰ੍ਹਾਂ ਸਰਦੀ ਜ਼ਿਆਦਾ ਹੈ, ਖੁਰਾਕ ਬਹੁਤ ਪੋਟਾ ਭਰ ਕੇ ਪਰਿੰਦੇ ਨੂੰ ਨਹੀਂ ਦੇਣੀ। ਪਾਣੀ ਜਿਹੜਾ ਉਹ ਨਾਰਮਲ, ਜ਼ਿਆਦਾ ਠੰਡਾ ਤੁਸੀਂ ਪਾਣੀ ਨਹੀਂ ਦੇਣਾ। ਆਮ ਨਾਰਮਲ ਪਾਣੀ, ਜਿਸ ਤਰ੍ਹਾਂ ਕਿ ਅਸੀਂ ਪੰਜਾਬੀ ਚ ਆਖਦੇ ਨੇ ਨਿੱਘਾ ਪਾਣੀ, ਯਾਨੀ ਕਿ ਹੱਥ ਲਾ ਕੇ ਚੈੱਕ ਕਰ ਲੈਣਾ, ਬੜੇ ਆਰਾਮ ਨਾਲ ਪਾਣੀ ਤੁਹਾਨੂੰ ਸਕੂਨ ਦੇ ਰਿਹਾ, ਉਹ ਪਾਣੀ ਪਰਿੰਦੇ ਨੂੰ ਦੇ ਦੇਣਾ। ਠੰਡਾ ਪਾਣੀ ਪਰਿੰਦੇ ਨੂੰ ਨਹੀਂ ਦੇਣਾ ਕਿਉਂਕਿ ਸਰਦੀ ਹੈ। ਇੱਕ ਚੀਜ਼ ਇਹ। ਦੂਸਰੀ ਚੀਜ਼, ਬਿਹਤਰ ਇਹ ਵੇ ਕਿ ਉਸ ਖੁਰਾਕ ਦੇ ਵਿੱਚ ਬਿਲਕੁਲ ਇੱਕ ਚਨੇ ਦੇ ਦਾਣੇ ਜਿੰਨਾ, ਉਸ ਖੁਰਾਕ ਦੇ ਵਿੱਚ ਇੱਕ ਚਨੇ ਦੇ ਦਾਣੇ ਜਿੰਨਾ ਗੁੜ ਦੀ ਢੇਲੀ ਸੁੱਟ ਦਿਓ ਵਿੱਚ, ਉਹ ਪਰਿੰਦਾ ਗੁੜ ਵੀ ਨਾਲ ਹੀ ਖਾ ਜਾਏਗਾ। 100% ਦੋਸਤੋ, ਜਿੰਨੀ ਦੇਰ ਤੁਸੀਂ ਇਹ ਅਮਲ ਨਾਲ ਥੋੜਾ ਥੋੜਾ ਕਰਦਿਆਂ ਰਹਿਣਾ, ਇਨਸ਼ਾਅੱਲਾ ਤਾਲਾ ਤੁਹਾਡੇ ਪਰਿੰਦੇ ਦਾ ਪੋਟਾ ਬੰਦ ਹੋਣਾ ਹੀ ਨਹੀਂ। ਪਹਿਲੇ ਨੰਬਰ ਤੇ ਗੱਲ ਇਹ ਵੀ ਨਹੀਂ ਕਰ ਸਕਦੇ ਤੇ ਤੁਸੀਂ ਥੋੜਾ ਪਰਿੰਦਿਆਂ ਦੇ ਹਿਸਾਬ ਨਾਲ ਪਾਣੀ ਥੋੜਾ ਜਿਹਾ ਬਣਾ ਲਿਆ ਕਰੋ। ਅਸੀਂ ਡਵਰਮਿੰਗ ਦੇ ਪਾਸੇ ਨਹੀਂ ਜਾਣਾ, ਉਸ ਹਿਸਾਬ ਨਾਲ ਗੁੜ ਲੈਣਾ ਜਿਹੜਾ ਇੱਕ ਆਮ ਨਾਰਮਲ ਪਾਣੀ ਦੇ ਵਿੱਚ ਹੱਲ ਕੀਤਾ ਕਿ ਯਾਨੀ ਕਿ ਪਰਿੰਦੇ ਦਾ ਖੁਰਾਕ ਹਜ਼ਮ ਕਰਨ ਲਈ। ਇੱਕ ਡਵਰਮਿੰਗ ਵਾਲਾ ਗੁੜ ਹੁੰਦਾ, ਪਾਣੀ ਹੁੰਦਾ, ਉਹ ਨਹੀਂ ਦੇਣਾ। ਜਿਹੜਾ ਆਮ ਖੁਰਾਕ ਹਜ਼ਮ ਕਰਨ ਲਈ ਅਸੀਂ ਪਾਣੀ ਦੇਣਾ, ਉਸ ਤਰ੍ਹਾਂ ਵੀ ਦੇ ਸਕਦੇ ਹਾਂ। ਬਿਹਤਰ ਇਹ ਵੇ ਕਿ ਖੁਰਾਕ ਦੇ ਵਿੱਚ ਤੁਸੀਂ ਜਿਹੜਾ ਦਾਣਾ ਪਾ ਰਹੇ ਹੋ ਉਹਦੇ ਵਿੱਚ ਇੱਕ ਚਨੇ ਦੇ ਦਾਣੇ ਜਿੰਨੀ ਢੇਲੀ ਸੁੱਟ ਦਿਓ, ਤੁਹਾਡਾ ਅੰਦਾਜ਼ਾ ਹੋ ਜਾਏਗਾ
ਕਿ ਇੱਥੇ ਮੇਰਾ ਪਰਿੰਦਾ ਬਿਲਕੁਲ ਹਾਈ ਲੈਵਲ ਤੇ ਜਾ ਰਿਹਾ, ਬਿਲਕੁਲ ਫਿੱਟ ਹੈ। ਦੂਸਰੇ ਨੰਬਰ ਤੇ ਅਗਰ ਸਮਝ ਲਓ ਕਿ ਪੋਟ ਬੰਦ ਹੋ ਹੀ ਗਈ ਹੈ, ਫਿਰ ਵੀ ਕਾਫੀ ਦੋਸਤਾਂ ਨੇ ਵੀਡੀਓ ਬਣਾਈਆਂ ਨੇ, ਉਹਨਾਂ ਦੇ ਤਰੀਕੇਕਾਰ ਨੇ ਆਪਣੇ ਆਪਣੇ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਹੁਣ ਦੱਸਨੇ ਆ, ਆਮ ਜਿਹੜਾ ਪੁਰਾਣਾ ਵੀ ਚੱਲ ਰਿਹਾ ਨੁਕਸਾ, ਕਿ ਜਿਹੜਾ ਕੱਪੜੇ ਵਾਲੀ ਬਲੀਚ ਹੁੰਦੀ ਏ, ਅਕਸਰ ਕੱਪੜਾ ਦਾਗ ਲੱਗ ਜਾਂਦਾ, ਜਿਸ ਬਲੀਚ ਦੇ ਨਾਲ ਤੁਸੀਂ ਉਹ ਦਾਗ ਉਤਾਰਦੇ ਹੋ, ਕੱਪੜਿਆਂ ਵਾਲੀ ਬਲੀਚ ਕਿਤੋਂ ਵੀ ਆਮ ਮਿਲ ਜਾਂਦੀ ਹੈ, ਉਹ ਲੈ ਲੈਣੀ ਏ, ਉਹਨੂੰ ਪਾਣੀ ਦੇ ਵਿੱਚ ਹੱਲ ਕਰਕੇ ਆਪਣੇ ਪਰਿੰਦੇ ਨੂੰ ਉਹ ਦੇ ਦਿਓ। ਅੱਛਾ, ਇਹਦੀ ਮਕਦਾਰ ਦੇ ਪਾਸੇ ਆਈਏ, ਤੁਸੀਂ ਇਹ ਮਕਦਾਰ ਲੈ ਲੈਣਾ ਕਿ 1 ਸੀਸੀ 1.5 ਸੀਸੀ ਪਰਿੰਦੇ ਦੇ ਹਿਸਾਬ ਨਾਲ, ਬਹੁਤ ਵੱਡਾ ਪਰਿੰਦਾ ਤੇ 1.5 ਸੀਸੀ ਬਲੀਚ, ਜ਼ਰਾ ਨਾਰਮਲ ਹੈ ਤੇ 1 ਸੀਸੀ ਬਲੀਚ, ਜੇ ਉਸ ਤੋਂ ਛੋਟਾ ਤੇ ਤੁਸੀਂ ਆਪ ਉਹਦੇ ਬਰਾਬਰ ਹਿਸਾਬ ਕਰ ਲੈਣਾ। ਸਾਡਾ ਕਹਿਣ ਦਾ ਮਕਸਦ ਹੈ 1 ਤੋਂ 1.5 ਸੀਸੀ ਬਲੀਚ, 1 ਤੋਂ 1.5 ਸੀਸੀ ਪਾਣੀ ਲੈ ਕੇ ਉਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਸਿਰਿੰਜ ਦੇ ਜ਼ਰੀਏ, ਅੱਗੇ ਸਿਰਿੰਜ ਦੇ ਵਾਲ ਲੱਗਾ ਹੋਏ, ਉਹਦੇ ਪੋਟ 'ਚ ਉਤਾਰ ਦੇਣਾ। ਠੀਕ ਹੈ, ਇਨਸ਼ਾਅੱਲਾ ਤਾਲਾ ਇਹ ਵੀ ਅਜ਼ਮੂਦਾ ਨੁਕਸਾ ਹੈ, ਇਹਦੇ ਨਾਲ ਵੀ ਤੁਹਾਡਾ ਮਸਲਾ ਹੱਲ ਹੋ ਜਾਏਗਾ। ਇਹ ਸਰਦੀ ਦੇ ਮੌਸਮ 'ਚ ਜਿਹੜੀ ਪੋਟ ਰੋਕਦੀ ਹੈ, ਇਹ ਅਲਹਮਦੁਲਿਲਾ ਇਨਸ਼ਾਅੱਲਾ ਤਾਲਾ ਇਹਦੇ ਨਾਲ ਪੋਟ ਬਿਲਕੁਲ ਆਰਾਮ ਨਾਲ ਚੱਲ ਜਾਏਗੀ। ਉਸ ਤੋਂ ਅੱਗੇ ਆ ਜਾਾਂਗੇ ਅਸੀਂ ਪਰਿੰਦੇ ਦੇ ਸੋਕੜ, ਜਿਹਦੀ ਵਜ੍ਹਾ ਨਾਲ ਇਹ 2-3 ਚੀਜ਼ਾਂ ਸਨ ਜਿਨ੍ਹਾਂ ਦੀ ਵਜ੍ਹਾ ਨਾਲ ਸੋਕੜਾ ਹੁੰਦਾ ਪਰਿੰਦੇ ਨੂੰ। ਦੂਸਰਾ, ਹੁਣ ਹੱਡੀ ਨਹੀਂ ਭਰ ਰਿਹਾ, ਹੱਡੀ ਭਰਨ ਵਾਲੀ ਸਾਈਡ ਤੇ ਆ ਜਾਾਂਗੇ ਅਸੀਂ ਕਿ ਹੱਡੀ ਜਲਦੀ ਤੋਂ ਜਲਦੀ ਕਿਵੇਂ ਭਰੇ। ਉਹਦੇ ਲਈ ਤੁਸੀਂ ਦੋਸਤੋ ਲੈਣਾ ਦੁੱਧ, ਦੁੱਧ ਕੜਿਆ ਲੈਣਾ। ਅਕਸਰ ਬੰਦੇ ਦੱਸ ਦਿੰਦੇ ਨੇ ਕਿ ਇਹਨੂੰ ਦੁੱਧ ਦਿਓ ਤੇ ਇਨਸ਼ਾਅੱਲਾ ਤਾਲਾ ਇਹਦਾ ਸੋਕੜਾ ਵੀ ਖਤਮ ਹੋ ਜਾਏਗਾ ਔਰ ਬਿਹਤਰ ਹੋ ਜਾਏਗਾ। ਦੁੱਧ ਕੜਿਆ ਲੈਣਾ, ਜਿਹਨੂੰ ਅਸੀਂ ਗਰਮ ਦੁੱਧ ਆਖ ਲੈਂਦੇ ਹਾਂ। ਗਰਮ ਦੁੱਧ ਲੈਣਾ, ਆਮ ਨਾਰਮਲ ਠੰਡਾ ਹੋਇਆ ਹੋਏ, ਗਰਮ ਕਰਕੇ ਉਹਨੂੰ ਰੱਖ ਦੇਣਾ, ਠੰਡਾ ਹੋ ਜੇ। ਉਹਨੂੰ ਪਿਛਲੇ ਟਾਈਮ ਖੁਰਾਕ ਜਿਹੜੀ ਦੇਣੀ ਹੈ ਨਾ, ਜਿਹੜੀ 3-4 ਵਜੇ ਖੁਰਾਕ ਦਿੰਦੇ ਹੋ, ਉਹ ਖੁਰਾਕ ਤੋਂ ਬਾਅਦ ਉਹਨੂੰ ਦੁੱਧ ਦੇ ਦੇਣਾ। ਇਹ 4-5 ਦਿਨ ਦੁੱਧ ਦਿਓਗੇ, ਇਨਸ਼ਾਅੱਲਾ ਤਾਲਾ ਉਹਦਾ ਸੋਕੜਾ ਬਿਲਕੁਲ ਖਤਮ ਹੋ ਜਾਏਗਾ। ਦੂਸਰੀ ਚੀਜ਼ ਇੱਕ ਹੋਰ ਅਸੀਂ ਤੁਹਾਨੂੰ ਦੱਸੀ ਹੈ ਕਿ ਜਿਸ ਬੰਦੇ ਦੇ ਘਰ ਦਹੀਂ ਹੈ, ਜਿਨ੍ਹਾਂ ਦੇ ਘਰ ਆਮ ਰੂਟੀਨ ਨਾਲ ਮਾਲ ਡੰਗਰ ਵਾਲੇ ਜੀ ਨੇ, ਦੁੱਧ ਦੇ ਦਹੀਂ ਹੈ, ਤੇ ਉਹ ਆਪਣੇ ਪਰਿੰਦਿਆਂ ਨੂੰ ਕੋਸ਼ਿਸ਼ ਕਰਨ, ਦੂਸਰੇ-ਤੀਸਰੇ ਦਿਨ ਥੋੜਾ ਜਿਹਾ ਦਹੀਂ ਲੈ ਕੇ ਕੁੰਡੇ ਦੇ ਵਿੱਚ ਪਾਤਾ, ਪਰਿੰਦੇ ਆਪ ਹੀ ਪੀਂਦੇ ਰਹਿੰਦੇ ਨੇ। ਦਹੀਂ ਇੱਕ ਬਹੁਤ ਅੱਛੀ ਚੀਜ਼ ਹੈ, ਦਹੀਂ ਹਾਜ਼ਮਾ ਵੀ ਕਰਦਾ, ਜਿਗਰ ਨੂੰ ਤਾਕਤ ਦਿੰਦਾ, ਜਿਗਰ ਖੂਨ ਬਣਾਉਣਾ ਖੂਨ ਜ਼ਿਆਦਾ ਬਣਾਉਂਦਾ। ਤੇ ਤੁਹਾਨੂੰ ਪਤਾ, ਜਦੋਂ ਜਿਗਰ ਖੂਨ ਬਣਾਉਣਾ ਛੱਡ ਦਿੰਦਾ, ਪਰਿੰਦਾ ਵੀ ਹੱਡੀ ਜ਼ਿਆਦਾ ਤੋਂ ਜ਼ਿਆਦਾ ਕੱਢੀ ਆਉਂਦਾ। ਇਹ ਸੋਕੜਾ ਇਹਨੂੰ ਹੀ ਆਉਂਦੇ ਨੇ, ਜਦੋਂ ਕਿ ਜਿਗਰ ਖੂਨ ਬਣਾਉਣਾ ਛੱਡ ਦਿੰਦਾ, ਪਰਿੰਦਾ ਬਿਲਕੁਲ ਕਮਜ਼ੋਰ ਹੋ ਜਾਂਦਾ। ਅਸੀਂ ਉਹਨੂੰ ਦੇ ਦਿੰਦੇ ਹਾਂ ਨਾਮ ਸੋਕੜੇ ਦਾ। ਅਸਲ ਵਜ੍ਹਾ ਉਹਦੇ ਜਿਗਰ ਦੀ ਹੁੰਦੀ ਹੈ, ਤੇ ਜਿਗਰ ਔਰ ਦਿਲ ਵਾਸਤੇ ਦਹੀਂ ਬੜੀ ਚੰਗੀ ਚੀਜ਼ ਹੈ। ਆਮ ਕੁੰਡੇ 'ਚ ਪਾ ਦਈਏ, ਪਰਿੰਦੇ ਆਪ ਹੀ ਖਾ ਪੀ ਜਾਂਦੇ ਨੇ। ਬਾਕੀ ਵੀਡੀਓ ਪਸੰਦ ਆਏ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਕਿ ਹੋਰ ਕਿਸੇ ਦੋਸਤ ਦਾ ਭਲਾ ਹੋਏ ਔਰ ਹੋਰ ਕਿਸੇ ਦੋਸਤ ਦੇ ਪਰਿੰਦਾ ਮਹਿਫੂਜ਼ ਰਹੇ। ਅਗਰ ਇੱਕ ਪਰਿੰਦਾ ਵੀ ਅਸੀਂ ਆਪਣੇ ਨੁਕਸਿਆਂ ਨਾਲ, ਆਪਣੇ ਕਹਿਣ ਨਾਲ ਬਚਾ ਗਏ, ਅੱਲਾ ਦੀ ਜ਼ਾਤ ਵੀ ਰਾਜ਼ੀ ਤੇ ਬੰਦੇ ਵੀ ਰਾਜ਼ੀ। ਬਾਕੀ ਆਪਣਾ ਬਹੁਤ ਖਿਆਲ ਰੱਖਿਓ। ਅੱਲਾ ਹਾਫਿਜ਼।